ਉਸ ਤੋਂ ਬਾਅਦ ਅਗਲੀ ਗੱਲ ਕਰੀਏ, ਸਪਤ ਸ੍ਰਿੰਗ ਉਹਨਾਂ ਦੀ ਇੱਕ ਕਿਤਾਬ। ਮੈਂ ਕਹਿੰਦਾ ਕਿ ਜਿਹੜੇ ਵੀਰ ਜਿਨ੍ਹਾਂ ਨੂੰ ਮਿਲ ਸਕੇ, ਪਤਾ ਨਹੀਂ ਸਰਦਾਰ ਸਾਹਿਬ ਨੂੰ ਪਤਾ ਹੋਣਾ ਕਿ ਦੁਬਾਰਾ ਪ੍ਰਿੰਟ ਹੋਈ ਕਿ ਨਹੀਂ, ਹੋ ਚੁੱਕੀ ਹੈ, ਬੜੀ ਪੜ੍ਹਨ ਵਾਲੀ ਕਿਤਾਬ ਹੈ। ਉਹਦੇ 'ਚ ਉਹਨਾਂ ਨੇ ਸਪਤ ਸ੍ਰਿੰਗ ਦੇ ਵਿੱਚ 7 ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ। ਜੇ ਤੁਸੀਂ ਉਹਨਾਂ 7 ਸ਼ਖਸੀਅਤਾਂ ਨੂੰ ਵੇਖੋਗੇ ਨਾ, ਤੇ ਤੁਸੀਂ ਵੇਖੋਗੇ ਇਹਨਾਂ ਬਾਰੇ ਤਾਂ ਅਸੀਂ ਜਾਣਦੇ ਹਾਂ। ਰਾਮ ਸਿੰਘ ਕੂਕਾ ਦਾ ਜ਼ਿਕਰ ਹੈ, ਰੋਜ਼ਾ ਲਕਸਮਬਰਗ ਦਾ ਜ਼ਿਕਰ ਹੈ, ਮਹਾਤਮਾ ਬੁੱਧ ਦਾ ਜ਼ਿਕਰ ਹੈ, ਸ਼ੰਕਰਾਚਾਰੀਆ ਦਾ ਜ਼ਿਕਰ ਹੈ, ਨਿਊਟਨ ਦਾ ਜ਼ਿਕਰ ਹੈ। ਇਸ ਤਰ੍ਹਾਂ 7 ਸ਼ਖਸੀਅਤਾਂ ਦਾ ਜ਼ਿਕਰ ਹੈ। ਤੇ ਜਦੋਂ ਤੁਸੀਂ ਅੱਜ ਦੇ ਸਮੇਂ 'ਚ ਉਹਦੀ ਤਤਕਰਾ ਦੀ ਸੂਚੀ ਦੇ ਵਿੱਚ ਨਾਮ ਵੇਖੋਗੇ, ਤੁਸੀਂ ਸੋਚੋਗੇ ਇਹ 'ਚ ਕੀ ਹੈ। ਇਹਨੂੰ ਤੁਸੀਂ ਜਾਣਦੇ ਆ, ਬੁੱਧ ਦੇ ਬਾਰੇ ਹੋਰ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ, ਮੀਰਾ ਬਾਈ ਦੇ ਬਾਰੇ ਹੋਰ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ, ਪਰ ਜਿਸ ਨਜ਼ਰੀਏ ਤੋਂ ਉਹ ਅਧਿਐਨ ਕਰ ਰਹੇ ਨੇ, ਮੈਂ ਤੁਹਾਨੂੰ ਸਰਦਾਰ ਰਾਮ ਸਿੰਘ ਕੂਕਾ ਵਾਲੀ ਜਿਹੜੀ ਉਹਨਾਂ ਦਾ ਲੇਖ ਹੈ ਉਹਦੇ 'ਚ ਗੱਲ ਕਰਦਾ। ਉਹ ਕਹਿੰਦੇ ਜਿਹੜੀ ਖਾਲਸੇ ਦੀ ਸਾਜਨਾ ਹੈ, ਜਿਹੜਾ ਇੱਕ ਲਗਾਤਾਰ ਵਿਕਾਸ ਦੀ ਪ੍ਰਕਿਰਿਆ ਦਾ ਪੜਾਅ ਹੈ, ਜਿਹਦਾ ਅੰਤਮ ਰੂਪ ਹੈ ਖਾਲਸਾ ਪੰਥ, ਉਹ ਕਹਿੰਦੇ ਕਿ ਉਹਦਾ ਇੱਕ ਗੁਣ ਹੈ, ਜਿਹੜੀ ਗੱਲ ਸਰਦਾਰ ਕਪੂਰ ਸਿੰਘ ਹੋਣਾ ਨੇ ਕਹੀ ਹੈ ਕਿ ਜਿਨ ਕੀ ਜਾਤ ਪਾਤ ਕੁਲ ਮਾਹੀ, ਉਹਨਾਂ ਦੇ ਨਾਲ ਖੜੇ ਹੋਣਾ। ਉਸ ਖੜੇ ਹੋਣ ਦਾ ਸੰਕੇਤਕ ਰੂਪ ਜਿਹੜਾ ਸਾਡੇ ਸਰੋਤਾਂ ਦੇ ਵਿੱਚ ਆਇਆ, ਉਹ ਰੂਪ ਕੀ ਆਇਆ? ਉਹ ਰੂਪ ਆਇਆ ਕਿ ਸਿੱਖ ਜਿਹੜਾ ਸੀ ਇਹਨੇ ਗਊ ਗਰੀਬ ਦੀ ਰੱਖਿਆ ਕਰਨੀ ਹੈ। ਉੱਥੇ ਗਊ ਤੇ ਗਰੀਬ ਸ਼ਬਦ ਜਿਹੜਾ ਨਿਮਾਣੇ ਤੇ ਨਿਤਾਣੇ ਹੋਣ ਦਾ ਸੂਚਕ ਸੀ, ਅਸੀਂ ਉਹਨੂੰ ਗਊ ਜਾਨਵਰ ਦੇ ਨਾਲ ਜੋੜ ਲਿਆ। ਜਾਨਵਰ ਦੇ ਨਾਲ ਨਹੀਂ ਜੋੜਿਆ। ਹੋਰ ਅੱਗੇ ਤੁਸੀਂ ਵੇਖੋ ਕਿ ਜਿਹੜਾ ਰਾਮ ਸਿੰਘ ਦਾ ਅੰਦੋਲਨ ਸੀ, ਜਿਹਦੇ ਵਿੱਚ ਉਹਨਾਂ ਨੇ ਇੱਕ ਬੜੀ ਵੱਡੀ ਹੋਰ ਵੀ ਗੱਲ ਕੀਤੀ ਹੈ ਕਿ ਸਿੱਖ ਰਾਜ ਦੀ ਤਰਜ਼ ਦੇ ਉੱਪਰ ਸੂਬਿਆਂ ਦੀ ਸਥਾਪਨਾ ਕੀਤੀ ਗਈ, ਸਾਰਾ ਆਪਣਾ ਤੰਤਰ ਪੈਦਾ ਕੀਤਾ ਗਿਆ। ਪਰ ਇਸ ਤੰਤਰ ਨੂੰ ਖਤਮ ਕਦੋਂ ਕੀਤਾ ਗਿਆ? ਜਦੋਂ ਬ੍ਰਿਟਿਸ਼ ਦੇ ਵੱਲੋਂ ਉਹਨਾਂ ਦੀ ਹੀ ਲਿਬਾਸ ਦੇ ਵਿੱਚ, ਉਹਨਾਂ ਦੇ ਹੀ ਬਾਣੇ ਦੇ ਵਿੱਚ ਕਸਾਈਆਂ ਨੂੰ ਮਰਵਾ ਦਿੱਤਾ ਗਿਆ। ਤੇ ਇਹ ਜਿਹੜੀ ਜੰਗ ਸੀ ਇਹ ਇਸਲਾਮ ਤੇ ਨਾਮਧਾਰੀਆਂ ਦੀ ਬਣ ਗਈ ਕਿ ਗਊ ਕਤਲ ਕਰਨ ਤੋਂ ਕਸਾਈ ਜਿਹੜੇ ਸੀ ਉਹ ਕਤਲ ਕਰਵਾ ਦਿੱਤੇ ਗਏ। ਉਹਦੇ ਤੋਂ ਬਾਅਦ ਇਹ ਵਿਚਾਰਧਾਰਾ ਬਦਲਦੀ ਇੰਨੀ ਬਦਲ ਗਈ ਕਿ ਜਿਸ ਵੇਲੇ ਗਊ ਰੱਖਿਆ ਸੰਮਤੀ ਬਣਦੀ ਹੈ, ਉਸ ਵੇਲੇ ਗੋਰਵਾਲਕਰ ਜਿਹੜਾ RSS ਦਾ ਦੂਸਰਾ ਮੁਖੀ ਹੈ, ਉਹਦੇ ਨਾਲ ਸਟੇਜ ਦੇ ਉੱਪਰ ਨਾਮਧਾਰੀਆਂ ਦਾ ਮੁਖੀ ਬੈਠਾ ਹੈ। ਗੱਲ ਗਰੀਬ ਦੀ ਰੱਖਿਆ ਤੋਂ ਸ਼ੁਰੂ ਹੋਈ ਸੀ, ਗਊ ਤੇ ਆ ਗਈ, ਤੇ ਅੱਜ ਬੜੇ ਐਸੇ ਡੇਰੇ ਨੇ ਜਿੱਥੇ ਸਿੱਖ ਜਿਹੜੇ ਨੇ ਉਹ ਗਊਆਂ ਸੰਭਾਲ ਰਹੇ ਨੇ, ਗਊ ਮਾਤਾ। ਗੱਲ ਸ਼ੁਰੂ ਕਿੱਥੋਂ ਹੋਈ ਸੀ? ਸੋ ਸਾਨੂੰ ਉਸ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੈ। ਸਰਦਾਰ ਕਪੂਰ ਸਿੰਘ ਨੇ ਸਰਦਾਰ ਰਾਮ ਸਿੰਘ ਨੂੰ ਜਾਂ ਬਾਬਾ ਰਾਮ ਸਿੰਘ ਨੂੰ ਕਿਸ ਨਜ਼ਰੀਏ ਤੋਂ ਵੇਖਿਆ ਕਿ ਇੱਕ ਆਜ਼ਾਦੀ ਦੀ ਲਹਿਰ ਜਿਹੜੀ ਸੀ ਉਹਦਾ ਵਹਾਅ ਕਿਵੇਂ ਮੋੜਿਆ ਜਾਂਦਾ ਹੈ, ਤੇ ਉਹ ਕਿਸ ਤਰ੍ਹਾਂ ਮੁੜ ਕੇ ਬ੍ਰਾਹਮਣਵਾਦ ਦੇ ਸਮੁੰਦਰ 'ਚ ਆ ਕੇ ਗਰਕ ਹੋ ਜਾਂਦੀ ਹੈ। ਜਿਸ ਨੂੰ ਹਾਲੀ ਪਾਨੀਪਤੀ ਲਿਖਦਾ ਨਾ, ਜੇ ਦੀਨੇ ਹਜ਼ਾਜ਼ੀ ਕਾ ਬੇਬਾਕ ਬੇੜਾ, ਨਾ गेहूं में अटका न सेहू में ठहरा, किए पार जिसने थे सातों समंदर, वो डूबा दहने में गंगा के आकर। सो वो जिहड़ी सारी विचारधारा है वो कित्थे आके खत्म हो जाती है? आज़ादी की गल खत्म हो जाती है। इस तरह जदों वो गल करते हैं बहु विस्तार किताब दे विच पंजाबी बोली के उपर, वो पंदरीक दे विच भी उसका हवाला दिंदे ने, वो हेरोगलिफ तो शुरू करते हैं। मैनू सच जाने जो मैं किताब पढ़ी, मैनू नहीं सी पता कि जिहड़ी पिरामिडां दे विच लिपि है वो इस तरह की है, मैनू बिल्कुल नहीं सी पता। पर जदों मैं सरदार कपूर सिंह नूं पढ़िया तो उस तो बाद कुछ समय बाद जिहड़ी सी इजिप्टियन बुक ऑफ डैड, उन्हां दी मिस्र दीयां जिहड़ियां वो लिपियां सी, उहदे बारे जदों मैं पढ़िया तो फिर मैनू पता लगा कि सरदार कपूर सिंह इस समुच्ची जिहड़ी साडी मूँह चों निकलण वाली जिहड़ी पंजाबी बोली है ते जिहदी लिपि गुरमुखी है, उहनूं किस नज़रिए तो वेख रहे हैं, जिहड़ी अज खत्म होंदी जा रही। वो जिथों शुरू करते हैं बोली की गल, साची साखी दे विच कहंदे बोली जिहड़ी है ਇਹਦੇ ਪਿੱਛੇ ਪਰਾਭੌਤਿਕ ਮੈਟਾਫਿਜ਼ੀਕਲ, ਉਸ ਤੋਂ ਬੜਾ ਮਨੁੱਖ ਦੀਆਂ ਪੂਰਵ ਕਲਪਨਾਵਾਂ ਤੇ ਸਮਾਜ ਦੇ ਸੰਸਕਾਰ ਹੁੰਦੇ ਨੇ। ਬੋਲੀ ਐਵੇਂ ਪ੍ਰਗਟ ਨਹੀਂ ਹੋ ਜਾਂਦੀ। ਤੇ ਨਾਲ ਹੀ ਉਹ ਆਪਣੇ ਸਾਹਮਣੇ ਇਤਿਹਾਸ ਦੇ ਵਿੱਚੋਂ ਬੋਲੀਆਂ ਦੇ ਇਤਿਹਾਸ ਨੂੰ ਲੈ ਕੇ ਅਨੇਕਾਂ ਉਦਾਹਰਨਾਂ ਸਾਡੇ ਸਾਹਮਣੇ ਖੜੀਆਂ ਕਰ ਦਿੰਦੇ ਨੇ ਕਿ ਜਦੋਂ ਹਰ ਬੋਲੀ ਜਿਸ ਦਾ ਵੀ ਜਨਮ ਤੇ ਵਿਕਾਸ ਹੋਇਆ ਉਸ ਨੂੰ ਧਰਮ ਦੇ ਨਾਲ ਜੋੜ ਕੇ ਵੇਖਿਆ ਗਿਆ। ਮਿਸਰੀ ਤੇ ਚੀਨੀ ਬੋਲੀ ਤੋਂ ਲੈ ਕੇ ਅੱਜ ਦੀ ਗੁਰਮੁਖੀ ਤੱਕ ਉਹ ਕਹਿੰਦੇ ਨੇ ਕਿ ਇਹ ਐਵੇਂ ਪ੍ਰਗਟ ਨਹੀਂ ਹੋ ਜਾਂਦੀਆਂ। ਹੁਣ ਮੈਂ ਇੱਥੇ ਬੋਲੀ ਦੀ ਗੱਲ ਇਸ ਕਰਕੇ ਛੇੜੀ ਹੈ ਕਿ ਅੱਜ
ਜੇਕਰ ਅਸੀਂ ਬੋਲੀ ਦੀ ਗੱਲ ਕਰਦੇ ਹਾਂ ਤੇ ਸਾਡੀ ਬੋਲੀ ਹੌਲੀ ਹੌਲੀ ਸਾਡੀ ਜ਼ੁਬਾਨ ਤੋਂ ਖਤਮ ਹੁੰਦੀ ਜਾ ਰਹੀ ਹੈ। ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਜਿਹੜੀਆਂ ਨੇ, ਹਰ ਸਾਲ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਨਵੇਂ ਸ਼ਬਦ ਬਾਕੀ ਭਾਸ਼ਾਵਾਂ 'ਚੋਂ ਸ਼ਾਮਲ ਹੁੰਦੇ ਨੇ ਤੇ ਆਪਣਾ ਰੂਪ ਲੈਂਦੇ ਨੇ। ਉਹ ਫਾਰਸੀ 'ਚੋਂ ਜੇ ਬਰਾਦਰ ਸ਼ਬਦ ਨੂੰ ਲੈਂਦੇ ਨੇ ਤੇ ਉਹਨੂੰ ਬ੍ਰਦਰ ਰੂਪ ਦਿੰਦੇ ਨੇ, ਜੇ ਉਹ ਮਾਦਰੇ ਸ਼ਬਦ ਲੈਂਦੇ ਨੇ ਉਹਨੂੰ ਮਦਰ ਰੂਪ ਦਿੰਦੇ ਨੇ। ਉਹ ਬਾਕੀ ਭਾਸ਼ਾਵਾਂ ਦੇ ਵਿੱਚੋਂ ਬੋਲੀਆਂ ਦੇ ਲਫ਼ਜ਼ਾਂ ਨੂੰ ਲੈਂਦੇ ਨੇ ਤੇ ਆਪਣੀ ਬੋਲੀ ਦੇ ਵਿੱਚ ਰੂਪ ਦਿੰਦੇ ਨੇ। ਇੱਕ ਪੰਜਾਬੀ ਬੋਲੀ ਹੈ ਕਿ ਜਿਹੜਾ ਬਾਕੀ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਲੈ ਰਹੇ ਆ ਤੇ ਆਪਣੀ ਮਾਂ ਬੋਲੀ ਦੇ ਸ਼ਬਦਾਂ ਦਾ ਕਤਲ ਕਰਦੇ ਜਾ ਰਹੇ ਆ। ਇਹ ਸਾਡੀ ਅੱਜ ਦੀ ਸਮੱਸਿਆ ਹੈ। ਬਹੁਤ ਸ਼ਬਦ ਐਸੇ ਸਾਡੀ ਜ਼ੁਬਾਨ ਦੇ ਉੱਪਰ ਆ ਗਏ ਨੇ ਕਿ ਉਹ ਸਾਡੀ ਜ਼ੁਬਾਨ ਦਾ ਜਿਹੜਾ ਸਾਡੀ ਬੋਲੀ ਦਾ ਮੂਲ ਸ਼ਬਦ ਸੀ ਉਹ ਖਤਮ ਹੋ ਗਿਆ। ਇਸੇ ਤਰ੍ਹਾਂ ਮੇਰੇ ਖਿਆਲ ਨਾਲ ਉਸ ਦੇ ਉੱਪਰ ਸਰਦਾਰ ਗੁਰਤੇਜ ਸਿੰਘ ਹੋਣਾ ਨੇ ਗੱਲ ਕਰ ਦਿੱਤੀ ਹੋਵੇਗੀ। ਇੱਕ ਬਹੁਤ ਵੱਡੀ ਗੱਲ ਸਰਦਾਰ ਦਰਸ਼ਨ ਸਿੰਘ ਹੋਣਾ ਦੀ ਵਸੀਅਤ ਪੜ੍ਹਨ ਦੇ ਵਿੱਚ ਪਹਿਲਾਂ ਇੰਝ ਹੀ ਲੱਗਦਾ ਕਿ ਇੱਕ ਵਸੀਅਤ ਹੈ, ਪਰ ਉਹਦੇ 'ਚ ਜਿਹੜਾ ਅਹਿਮ ਨੁਕਤਾ ਹੈ ਕਿ ਜਦੋਂ ਵੀ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ ਤੇ ਅਸੀਂ ਕਹਿੰਦੇ ਕਿ ਸਰਦਾਰ ਦਰਸ਼ਨ ਸਿੰਘ ਹੋਣਾ ਦੀ ਸ਼ਹਾਦਤ, ਤੇ ਸਰਦਾਰ ਕਪੂਰ ਸਿੰਘ ਹੋਣਾ ਦਾ ਨਜ਼ਰੀਆ ਹੈ ਕਿ ਇਹ ਤੇ ਸਿੱਖ ਹੋਮਲੈਂਡ ਦੇ ਵਾਸਤੇ, ਪੰਜਾਬੀ ਸੂਬੇ ਵਾਸਤੇ ਹੈ ਹੀ ਨਹੀਂ। ਵਸੀਅਤ ਸ਼ਬਦ ਹੈ ਕਿ ਸਿੱਖ ਹੋਮਲੈਂਡ ਦੀ ਮੰਗ। ਸੋ ਇਹ ਕਿੰਨੀ ਵੱਡੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸਾਡੇ ਸਮਾਜ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਇੱਕ ਇੰਨੀ ਵੱਡੀ ਦੇਣ ਹੈ ਕਿ ਅੱਜ ਵੀ ਧਰਮ ਦਾ ਕੋਈ ਵੀ ਖੇਤਰ, ਸਾਡੇ ਸਮਾਜ ਦਾ ਕੋਈ ਵੀ ਖੇਤਰ, ਚਾਹੇ ਉਹ ਰਾਜਨੀਤਿਕ ਚਿੰਤਨ ਹੈ, ਚਾਹੇ ਉਹ ਧਾਰਮਿਕ ਚਿੰਤਨ ਹੈ, ਚਾਹੇ ਉਹ ਫਲਸਫਾ ਹੈ, ਕੁਛ ਵੀ ਹੈ, ਅੱਜ ਵੀ ਸਰਦਾਰ ਕਪੂਰ ਸਿੰਘ ਹੋਣਾ ਦੀਆਂ ਲਿਖਤਾਂ ਦੀ ਜਿਹੜੀ ਸਾਰਥਿਕਤਾ ਹੈ ਉਹ ਉਹੀ ਹੈ ਜੋ ਉਸ ਸਮੇਂ ਦੇ ਵਿੱਚ ਸੀ। ਜਿਸ ਸਮੇਂ ਉਹਨਾਂ ਨੇ ਲਿਖਿਆ, ਫਿਰ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਵਿਚਾਰਧਾਰਾ ਹੈ ਇਹ ਜਦੋਂ ਰਾਜਸੀ ਸੱਤਾ ਦੇ ਨਾਲ ਮਿਲਦੀ ਹੈ ਤੇ ਉਹ ਆਪਣੇ ਵਿਰੋਧੀ ਧਰਮ ਦਾ ਵਿਨਾਸ਼ ਕਿਵੇਂ ਕਰਦੀ ਹੈ। ਜਦੋਂ ਉਹਨਾਂ ਦੀ ਕਿਤਾਬ ਦਾ ਮੁੱਖਬੰਧ ਡਾਕਟਰ ਗੰਡਾ ਸਿੰਘ ਹੋਣਾ ਨੇ ਲਿਖਿਆ ਸਾਚੀ ਸਾਖੀ ਦੇ ਵਿੱਚ, ਉਹਦੇ ਆਰੰਭ ਦੇ ਵਿੱਚ ਉਹ ਕੋਈ ਗੱਲ ਕਰਦੇ ਨੇ, ਕਹਿੰਦੇ ਨੇ ਕਿ ਮੈਂ ਸਰਦਾਰ ਗੰਡਾ ਸਿੰਘ ਨੂੰ ਕਿਹਾ ਕਿ ਜਿਹੜੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ ਨਾ, ਉਹਦੇ ਬਾਰੇ ਮੇਰੇ ਦਿਮਾਗ 'ਚੋਂ ਵਿਸਰ ਗਿਆ, ਪਰ ਮੈਂ ਕਿਤੇ ਸ਼ੇਖ ਅਹਿਮਦ ਸਰਹੰਦੀ ਦਾ ਬੜਾ ਅਹਿਮ ਰੋਲ ਪੜ੍ਹਿਆ। ਕਹਿੰਦੇ ਸਰਦਾਰ ਗੰਡਾ ਸਿੰਘ ਨੇ ਉਸ ਵੇਲੇ ਮੇਰੀ ਗੱਲ ਨੂੰ ਅਣਗੌਲਿਆਂ ਕੀਤਾ, ਇੰਨਾ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲਿਆ। ਵਕਤ ਬੀਤਿਆ, ਕੁਝ ਸਮੇਂ ਬਾਅਦ ਉਹੀ ਸਰਦਾਰ ਗੰਡਾ ਸਿੰਘ ਜਿਹੜੇ ਨੇ ਉਹ ਸ਼ੇਖ ਅਹਿਮਦ ਸਰਹੰਦੀ ਦੀ ਗੱਲ ਕਰ ਰਹੇ ਨੇ, ਪਰ ਸਰਦਾਰ ਕਪੂਰ ਸਿੰਘ ਦਾ ਨਜ਼ਰੀਆ ਇੱਕ ਹੋਰ ਰੂਪ ਦੇ ਵਿੱਚ ਹੈ। ਵੇਖੋ, ਅੱਜ ਵੀ ਅਸੀਂ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਸ਼ੇਖ ਅਹਿਮਦ ਸਰਹੰਦੀ ਜਿਹੜਾ ਆਪਣੇ ਆਪ ਨੂੰ ਉਸ ਵੇਲੇ ਮੁਜੱਦਦ ਦਿਖਾਉਣਾ ਚਾਹੁੰਦਾ ਸੀ, ਰਿਫਾਰਮਰ ਆਫ ਇਸਲਾਮ, ਉਹਦਾ ਬਹੁਤ ਵੱਡਾ ਰੋਲ ਹੈ ਗੁਰੂ ਸਾਹਿਬ ਦੀ ਸ਼ਹਾਦਤ ਦੇ ਵਿੱਚ। ਪਰ ਜਿਹੜੀਆਂ ਚਿੱਠੀਆਂ, ਜਿਹੜੇ ਹਵਾਲੇ ਮਕਤੂਬਾਤੇ ਇਮਾਮ ਰਬਾਨੀ ਦੇ ਵਿੱਚ ਅੱਜ ਵਰਤੇ ਜਾਂਦੇ ਨੇ, ਉਹਨਾਂ ਦੀ ਸਭ ਤੋਂ ਜੇ ਪਹਿਲੀ ਗੱਲ ਆਈ ਹੈ ਤੇ ਸਰਦਾਰ ਕਪੂਰ ਸਿੰਘ ਹੋਣਾ ਦੇ ਕੋਲੋਂ ਆਈ ਹੈ। ਤੇ ਜਿਸ ਤਰ੍ਹਾਂ ਅਸੀਂ ਪ੍ਰਚਾਰਕ ਵਰਦੇ ਨਾ, ਸਾਡੀ ਗੱਲ ਹੁੰਦੀ ਹੈ, ਵੇਖੋ ਮੈਂ ਵੀ ਉਸੇ ਸ਼੍ਰੇਣੀ 'ਚ ਆ ਜਾਂਦਾ ਕਿ ਅਸੀਂ ਇਤਿਹਾਸ ਨੂੰ ਰੋਚਕ ਜਿਹਾ ਬਣਾ ਕੇ ਪੇਸ਼ ਕਰਨਾ ਹੁੰਦਾ ਹੈ। ਸਰਦਾਰ ਕਪੂਰ ਸਿੰਘ ਇੰਝ ਨਹੀਂ ਕਰਦੇ। ਇਤਿਹਾਸ ਦੇ ਵਿੱਚ ਰੌਚਕਤਾ ਹੈ ਕਿ ਸ਼ੇਖ ਅਹਿਮਦ ਸਰਹੰਦੀ ਸਮਝਦਾ ਹੈ ਕਿ ਜੇਕਰ ਸਿੱਖਾਂ ਦਾ ਇਸ ਖਿੱਤੇ ਦੇ ਵਿੱਚ ਵਿਕਾਸ ਹੁੰਦਾ, ਵਿਸਥਾਰ ਹੁੰਦਾ ਤੇ ਮੈਂ ਆਪਣੇ ਆਪ ਨੂੰ ਮੁਜੱਦਦ ਨਹੀਂ ਸਮਝ ਸਕਦਾ। ਉਹ ਇੱਕ ਇੰਨੇ ਕੁ ਕਾਰਨ ਨੂੰ ਵੇਖਦਾ ਹੈ ਜਿਹੜਾ ਅੱਜ ਦਾ ਸਾਡਾ ਪ੍ਰਚਾਰਕ ਵੀਰ ਹੈ, ਪਰ ਜਿਸ ਕਾਰਨ ਨੂੰ ਸਰਦਾਰ ਕਪੂਰ ਸਿੰਘ ਵੇਖ ਰਹੇ ਨੇ ਉਹਨੂੰ ਸਮਝਣ ਦੀ ਲੋੜ ਹੈ। ਉਹ ਕਹਿੰਦੇ ਨੇ ਕਿ ਇੱਕ ਉਹ ਵਿਚਾਰਧਾਰਾ, ਜਿਹੜੀ ਵਿਚਾਰਧਾਰਾ ਸਥਾਪਿਤ ਰਾਜਨੀਤਿਕ ਧਿਰ ਨੂੰ ਪ੍ਰਭਾਵਿਤ ਕਰਦੀ ਹੈ ਤੇ ਉਹ ਬਾਕੀ ਘੱਟ ਗਿਣਤੀ ਕੌਮਾਂ ਦਾ ਘਾਣ ਕਿਵੇਂ ਕਰਦੀ ਹੈ, ਕਹਿੰਦੇ ਇਹਨੂੰ ਸਮਝਣ ਦੀ ਲੋੜ ਹੈ ਕਿ ਜਿਸ ਵੇਲੇ ਜਹਾਂਗੀਰ ਦਾ ਸਲਾਹਕਾਰ ਬਣਦਾ ਹੈ ਸ਼ੇਖ ਅਹਿਮਦ ਸਰਹੰਦੀ, ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਆਮ ਲੋਕਾਂ ਦੇ ਉੱਪਰ ਕਿਸ ਤਰ੍ਹਾਂ ਦੇ ਜ਼ੁਲਮ ਹੁੰਦੇ ਨੇ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਸਿੱਖ ਪੰਥ ਹੁੰਦਾ ਹੈ। ਸਿੱਖ ਪੰਥ ਦੇ ਜਿਹੜਾ ਢਾਂਚਾ, ਉਹਦੇ ਬਾਰੇ ਅੱਗੇ ਤੁਹਾਨੂੰ ਦੱਸ ਦਿੱਤਾ ਕਿ ਇਹ ਕੋਈ ਜਨਮਜਾਤ ਤਾਂ ਹੈ ਨਹੀਂ, ਇਹ ਤਾਂ ਬਾਕੀ ਸਾਰੇ ਅਸੀਂ ਉਹਨਾਂ ਧਰਮਾਂ 'ਚੋਂ, ਉਹਨਾਂ ਜਾਤਾਂ 'ਚੋਂ ਆਏ ਲੋਕ ਸੀ ਜਿਨ੍ਹਾਂ ਨੂੰ ਬ੍ਰਾਹਮਣਵਾਦ ਸ਼ੂਦਰ ਸਮਝਦਾ ਸੀ। ਉਹ ਸਾਰਾ ਢਾਂਚਾ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ ਜਦੋਂ ਇੱਕ ਖਾਸ ਧਾਰਮਿਕ ਧਿਰ ਧਰਮ ਦੇ ਪਰਦੇ ਦੇ ਹੇਠ ਰਾਜਨੀਤੀ ਦੇ ਉੱਪਰ ਵਿਰਾਜਮਾਨ ਹੁੰਦੀ ਹੈ। ਅੱਜ ਕੀ ਹੈ? ਅੱਜ ਜਦੋਂ ਅਸੀਂ ਹਿੰਦੂਤਵ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤੇ ਅੱਜ ਕੀ ਹੈ? ਫਿਰ ਉਹ ਬੜੀ ਅਹਿਮ ਗੱਲ ਕਰਦੇ ਨੇ, ਇੱਕ ਫਾਰਸੀ ਦਾ ਹਵਾਲਾ ਦੇ ਕੇ, ਅਸ ਸ਼ਰਾ ਤਹਿਤਮ ਸੈਫ,
ਕਿ ਜਦੋਂ ਤੁਹਾਡੇ ਕੋਲ ਰਾਜਨੀਤਿਕ ਤਾਕਤ ਹੈ, ਫਿਰ ਰਾਜਨੀਤਿਕ ਤਾਕਤ ਦੀ ਤਲਵਾਰ ਦੇ ਨਾਲ ਆਪਣਾ ਜਿੰਨਾ ਵਿਸਥਾਰ ਕਰ ਸਕਦੇ ਹੋ ਕਰ ਦਿਓ। ਅੱਜ ਕੀ ਹੋ ਰਿਹਾ, ਚਾਹੇ ਉਹ ਦਿੱਲੀ 'ਚ ਹੋਵੇ, ਚਾਹੇ ਉਹ ਗੁਜਰਾਤ ਦੇ ਵਿੱਚ ਹੋਵੇ, ਚਾਹੇ ਕਿਤੇ ਹੋਰ ਹੋਵੇ, ਉਹ ਜੋ ਕੁਝ ਹੋ ਰਿਹਾ ਹੈ ਉਹ ਉਸ ਵਿਚਾਰਧਾਰਾ ਤੋਂ ਹੋ ਰਿਹਾ ਹੈ ਜਿਹੜੀ ਵਿਚਾਰਧਾਰਾ ਰਾਜਨੀਤੀ ਨੂੰ ਆਪਣੇ ਅਧੀਨ ਕਰਕੇ। ਹੁਣ ਗੁਰਮਤਿ ਵਿਚਾਰਧਾਰਾ ਵੀ ਇਹ ਕਹਿੰਦੀ ਹੈ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ। ਹੁਣ ਇਹੀ ਆਈਡੀਓਲੋਜੀ ਸੰਘ ਦੀ ਵੀ ਕਹਿੰਦੀ ਹੈ, ਪਰ ਉਹਨੂੰ ਫਰਕ ਨੂੰ ਕਿਵੇਂ ਸਮਝੋਗੇ ਤੁਸੀਂ? ਉਸ ਫਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਫਿਰ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਪੜ੍ਹਨਾ ਪਵੇਗਾ। ਉਹ ਪਤਾ ਕੀ ਕਹਿੰਦੇ ਨੇ? ਕਹਿੰਦੇ ਬਹੁ ਕੇਂਦਰਿਤ ਵਿਚਾਰਧਾਰਾਵਾਂ ਜਦੋਂ ਰਾਜਨੀਤੀ ਤੇ ਕਾਬਜ਼ ਹੁੰਦੀਆਂ ਨੇ ਤੇ ਰਾਜਨੀਤੀ ਨੂੰ ਏਕਾ ਕੇਂਦਰਿਤ ਕਰਦੀਆਂ ਨੇ। ਜਿਹੜੀ ਇਸਲਾਮ ਦੀ ਸ਼ੇਖ ਅਹਿਮਦ ਸੰਧੀ ਤੋਂ ਬਾਅਦ ਆਈਡੀਓਲੋਜੀ ਆਉਂਦੀ ਹੈ ਉਹ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੀ ਆਉਂਦੀ ਹੈ ਕਿ ਬੇਸ਼ੱਕ ਇਸਲਾਮ ਦਾ ਸ਼ਾਸਕ ਹੈ ਤੇ ਬਾਕੀ ਧਰਮਾਂ ਦੇ ਲੋਕ ਰਹਿ ਸਕਦੇ ਨੇ, ਇਹ ਦਾਰੁਲ ਹਰਬ ਹੈ, ਪਰ ਸਾਰੇ ਹੀ ਮੁਸਲਮਾਨ ਹੋਣ, ਇਹ ਦਾਰੁਲ ਇਸਲਾਮ ਹੈ। ਹੁਣ ਇਹੀ ਵਿਚਾਰਧਾਰਾ ਅੱਜ ਹੈ, ਬਿਲਕੁਲ ਇਹੀ ਰੂਪ ਸਾਡੇ ਸਾਹਮਣੇ ਆ ਰਿਹਾ। ਪਰ ਕਹਿੰਦੇ ਸਿੱਖੀ ਦੇ ਵਿੱਚ ਇਹਦਾ ਅੰਤਰ ਕੀ ਹੈ? ਸਿੱਖੀ ਦੇ ਵਿੱਚ ਅੰਤਰ ਇਹ ਹੈ ਕਿ ਇਹਨਾਂ ਦੀ ਧਾਰਮਿਕ ਵਿਚਾਰਧਾਰਾ ਬਹੁ ਕੇਂਦਰਿਤ ਹੈ। ਧਾਰਮਿਕ ਵਿਚਾਰਧਾਰਾ ਇੱਕ ਨਿਸ਼ਚਿਤ ਉੱਪਰ ਕੇਂਦਰਿਤ ਨਹੀਂ ਹੈਗੀ, ਪਰ ਰਾਜਨੀਤਿਕ ਵਿਚਾਰਧਾਰਾ ਏਕਾ ਕੇਂਦਰਿਤ ਹੈ। ਪਰ ਸਿੱਖੀ ਦੇ ਵਿੱਚ ਕੀ ਹੈ ਕਿ ਸਿੱਖੀ ਦੀ ਧਾਰਮਿਕ ਵਿਚਾਰਧਾਰਾ ਏਕਾ ਕੇਂਦਰਿਤ ਹੈ, ਇੱਕ ਓਂਕਾਰ ਦੇ ਉੱਪਰ, ਗੁਰੂ ਗ੍ਰੰਥ ਸਾਹਿਬ ਦੇ ਉੱਪਰ, ਤੇ ਜਿਹੜੀ ਰਾਜਨੀਤਿਕ ਵਿਚਾਰਧਾਰਾ ਹੈ ਉਹ ਬਹੁ ਕੇਂਦਰਿਤ ਹੈ, ਸੁੱਚੇ ਸਾਰੇ ਲੋਕਾਂ ਨੂੰ ਰਾਜ ਦੇਣ ਦੀ ਗੱਲ ਹੈ। ਇਹਨਾਂ ਅੰਤਰ ਹੈ ਕਿ ਇੱਕ ਉਹ ਧਿਰ ਹੈ ਜਿਹੜੀ ਧਰਮ ਦੀ ਬਹੁ ਕੇਂਦਰਿਤ ਵਿਚਾਰਧਾਰਾ ਦੇ ਨਾਲ ਰਾਜਨੀਤੀ ਦੀ ਏਕਾ ਕੇਂਦਰਿਤ ਪ੍ਰਣਾਲੀ ਸਥਾਪਿਤ ਕਰਦੀ ਹੈ, ਤੇ ਦੂਜੀ ਧਿਰ ਜਿਹੜੀ ਸਿੱਖਾਂ ਦੀ ਹੈ ਉਹ ਧਰਮ ਦੀ ਏਕਾ ਕੇਂਦਰਿਤ ਵਿਚਾਰਧਾਰਾ ਤੋਂ ਬਹੁ ਕੇਂਦਰਿਤ ਲੋਕਾਂ ਨੂੰ ਰਾਜ ਦੀ ਗੱਲ ਕਰਦੀ ਹੈ, ਜਿਸ ਨੂੰ ਅਸੀਂ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੇ ਵਿੱਚ ਬੇਗਮਪੁਰਾ ਦੀ ਗੱਲ ਕਰ ਲਈਏ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੈ ਠਾਉ, ਨਾ ਤਸਵੀਸ ਖਿਰਾਸ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਸੋ ਇਹ ਜਿਹੜਾ ਢਾਂਚਾ ਹੈ ਇਹ ਸਿੱਖ ਰਾਜਨੀਤੀ ਦੇ ਵਿੱਚ ਸਿਰਜਿਆ ਜਾਂਦਾ ਹੈ ਜਦੋਂ ਸਿੱਖ ਰਾਜਨੀਤੀ ਆਪਣੇ ਧਰਮ ਦੀਆਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਅਧੀਨ ਚੱਲਦੀ ਹੈ।